जैसो जैस्यों राता तैसो होवै, आपे करता करे सो होवै। ਹਜ਼ੂਰ ਕਹਿੰਦੇ ਨੇ ਜੈਸਿਉ ਰਾਤਾ, ਜਿਸ ਵਾਹਿਗੁਰੂ ਦੇ ਨਾਲ ਰਾਤਾਦਾਰ ਤੋਂ ਪ੍ਰੇਮ ਕਰਦਾ ਹੈ, ਜਿਸ ਦੇ ਨਾਲ ਅੰਦਰੋਂ ਉਹ ਜੁੜਦਾ ਹੈ, ਤੈਸੋ ਹੋਵੈ, ਤੇ ਫਿਰ ਉਹ ਜਿਹਾ ਹੀ ਉਹ ਬਣ ਜਾਂਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਹਾ, ਆਪੇ ਕਰਤਾ ਕਰੇ ਸੋ ਹੋਵੈ। ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਕਰਦਾ ਹੈ ਤੇ ਸੋ ਹੋਵੈ। ਜੋ ਵਾਹਿਗੁਰੂ ਕਰਦਾ ਤੇ ਭਾਈ ਫਿਰ ਉਹੀ ਹੁੰਦਾ। ਇਹ ਗੁਰਮੁਖ ਦੀ ਦ੍ਰਿਸ਼ਟੀ ਹੈ। ਜਿਹੜਾ ਉਸ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ, ਜੈਸਿਉ ਰਾਤਾ ਤੈਸੋ ਹੋਵੈ, ਜਿਸ ਦੇ ਨਾਲ ਉਹ ਪ੍ਰੇਮ ਕਰਦਾ ਹੈ ਤੇ ਫਿਰ ਪ੍ਰੇਮ ਕਰਦਾ ਕਰਦਾ ਉਹਦਾ ਹੀ ਰੂਪ ਹੋ ਜਾਂਦਾ ਹੈ। ਫਿਰ ਉਹ ਇਹ ਸਮਝਦਾ ਹੈ, ਉਹਦਾ ਹੀ ਨਿਸ਼ਚਾ ਹੋ ਜਾਂਦਾ ਹੈ, ਉਹ ਕਰਤਾ ਪੁਰਖ ਵਾਹਿਗੁਰੂ ਜੋ ਆਪ ਕਰਦਾ ਉਹੀ ਹੋ ਰਿਹਾ ਤੇ ਹੁੰਦਾ ਹੈ। ਗੁਰ ਹਿਵ ਸੀਤਲ ਅਗਨ ਬੁਝਾਵੈ, ਸੇਵਾ ਸੁਰਤ ਬਭੂਤ ਚੜਾਵੈ। ਗੁਰ ਹਿਵ ਸੀਤਲ, ਬਈ ਗੁਰੂ ਮਹਾਰਾਜ, ਹਿਵ ਦਾ ਅਰਥ ਹੈ ਬਰਫ਼ ਨਾਲੋਂ ਵੀ ਸੀਤਲ ਸ਼ਾਂਤ ਸਰੂਪ ਨੇ। ਹਾਲਾਂਕਿ ਬਰਫ਼ ਭਾਵੇਂ ਹੁੰਦੀ ਹੈ ਠੰਡੀ, ਪਰ ਉਹਦੀ ਤਾਸੀਰ ਗਰਮ ਮੰਨੀ ਹੈ। ਜਿੰਨਾ ਕੋਈ ਠੰਡਾ ਪਾਣੀ ਪੀਂਦਾ ਉਨੀ ਉਹਨੂੰ ਪਿਆਸ ਵਧੇਰੇ ਲੱਗਦੀ ਹੈ। ਪਰ ਹਜ਼ੂਰ ਕਹਿੰਦੇ ਨੇ ਗੁਰ ਹਿਵ ਸੀਤਲ, ਗੁਰੂ ਬਰਫ਼ ਦੇ ਨਾਲੋਂ ਵੀ ਠੰਡੇ ਨੇ, ਗੁਰੂ ਬਰਫ਼ ਦੇ ਨਾਲੋਂ ਵੀ ਸ਼ਾਂਤ ਨੇ। ਅਗਨ ਬੁਝਾਵੈ, ਉਹ ਸਾਡੇ ਅੰਦਰਲੀ ਅੱਗ ਨੂੰ, ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੰਦੇ ਹਨ। ਸੇਵਾ ਸੁਰਤ ਬਭੂਤ ਚੜਾਵੈ। ਲਓ ਹਜ਼ੂਰ ਕਹਿੰਦੇ ਨੇ ਵੀ ਜਿਹੜਾ ਗੁਰਮੁਖ ਜੋਗੀ ਹੈ, ਉਹ ਜੋ ਬਰਫ਼ ਨਾਲੋਂ ਵੀ ਸ਼ਾਂਤ ਠੰਡੇ ਸਤਿਗੁਰੂ ਨੇ, ਉਹਨਾਂ ਦੀ ਸ਼ਰਨ ਵਿੱਚ ਜਾਂਦਾ ਹੈ ਤੇ ਆਪਣੀ ਅੰਦਰਲੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਲੈਂਦਾ। ਸੇਵਾ ਸੁਰਤ ਬਭੂਤ ਚੜਾਵੇ। ਜਿਹੜਾ ਸੇਵਾ ਸੁਰਤ, ਆਪਣੀ ਸੁਰਤ ਨੂੰ ਸੇਵਾ ਦੇ ਵਿੱਚ ਲਾਉਣਾ ਹੈ, ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਇਹ ਆਪਣੇ ਸਰੀਰ ਉੱਤੇ ਵਿਭੂਤੀ ਚੜਾਉਂਦਾ। ਯੋਗੀ ਵਿਭੂਤੀ ਸੁਆਹ ਨੂੰ ਕਹਿੰਦੇ ਨੇ। ਯੋਗੀ ਲੋਕ ਪਿੰਡੇ ਤੇ ਸੁਆਹ ਮਲਦੇ ਨੇ, ਕਹਿੰਦੇ ਸਾਡੀ ਵਿਭੂਤੀ ਹੈ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਗੁਰਮੁਖ ਜੋਗੀ ਹੈ, ਗੁਰੂ ਦੇ ਪਾਸ ਜਾ ਕੇ ਸੇਵਾ ਸੁਰਤ, ਵੀ ਜਿਹੜਾ ਸ੍ਰੇਸ਼ਟ ਪ੍ਰੀਤੀ ਨਾਲ ਸੇਵਾ ਕਰਦਾ ਹੈ ਤੇ ਉਹ ਸੇਵਾ ਦੀ ਵਿਭੂਤੀ ਆਪਣੇ ਉੱਤੇ ਚੜਾਉਂਦਾ ਹੈ। ਭਾਵ ਤੱਪੜ ਝਾੜ ਵਿਛਾਏ ਧੂੜੀ ਨਾਇਆ, ਵੀ ਜਿਵੇਂ ਸੇਵਾ ਕਰਦਿਆਂ ਤੇ ਉੱਤੇ ਜਿਹੜੀ ਕੋਈ ਸੰਗਤਾਂ ਦੀ ਚਰਨ ਧੂੜ ਪੈਂਦੀ ਹੈ, ਇਹ ਮਾਨੋ ਗੁਰਮੁਖ ਜੋਗੀ ਜਿਹੜੀ ਪ੍ਰੇਮ ਨਾਲ ਪ੍ਰੀਤੀ ਨਾਲ ਸੇਵਾ ਕਰਨੀ, ਇਹ ਮਾਨੋ ਵਿਭੂਤੀ ਚੜਾਉਂਦਾ ਹੈ। ਦਰਸ਼ਨ ਆਪ ਸਹਿਜ ਕਰ ਆਵੇ, ਦਰਸ਼ਨ ਆਪ ਸਹਿਜ ਕਰ ਆਵੇ, ਨਿਰਮਲ ਬਾਣੀ ਨਾਦ ਵਜਾਵੇ। ਲੋ ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਸਹਿਜ ਕਰ ਆਵੇ। ਉਹ ਜਿਹੜਾ ਸਹਿਜ ਕਰ ਹੈ, ਆਤਮਾ ਕਡੋਲ ਅਵਸਥਾ ਹੈ, ਤੁਰਿਆ ਪਦ ਹੈ, ਚੌਥੇ ਪਦ ਮੈਂ ਸਹਿਜ ਹੈ, ਉਹਦੇ ਵਿੱਚ ਟਿਕ ਜਾਂਦਾ ਹੈ। ਤੇ ਜਿਹੜਾ ਯੋਗ ਦਾ ਦਰਸ਼ਨ ਹੈ, ਜਿਹੜਾ ਯੋਗ ਦਾ ਫਲਸਫਾ ਹੈ, ਆਪਣੇ ਆਪ ਹੀ ਉਹਦੇ ਜੀਵਨ ਦੇ ਵਿੱਚ ਆ ਜਾਂਦਾ ਹੈ। ਜਦੋਂ ਤੁਰਿਆ ਅਵਸਥਾ ਵਿੱਚ ਕਿਸੇ ਦਾ ਮਨ ਟਿਕ ਜਾਵੇ ਤੇ ਫਿਰ ਜਿਹੜਾ ਯੋਗ ਦਾ ਫਲਸਫਾ ਹੈ, ਸਹਿਜ ਯੋਗ ਦਾ ਅਸਲੀ ਸਿਧਾਂਤ ਹੈ, ਆਪਣੇ ਆਪ ਹੀ ਉਹਦੇ ਜੀਵਨ ਦੇ ਵਿੱਚ ਆ ਕੇ ਪ੍ਰਵੇਸ਼ ਕਰ ਜਾਂਦਾ ਹੈ। ਨਿਰਮਲ ਬਾਣੀ ਨਾਦ ਵਜਾਵੇ, ਉਹ ਗੁਰਮੁਖ ਜੋਗੀ ਸਤਿਗੁਰੂ ਦੀ ਨਿਰਮਲ ਬਾਣੀ ਦੁਆਰਾ ਨਾਦ ਵਜਾਵੇ। ਭਾਈ ਉਹ ਅੱਗੇ ਨਿਰਮਲ ਬਾਣੀ ਦੁਆਰਾ ਅੱਗੇ ਨਾਦ ਸ਼ਬਦ ਵਜਾਵੇ, ਸ਼ਬਦ ਉਚਾਰਨ ਕਰਦਾ ਹੈ। ਭਾਵ ਉਹ ਗੁਰਬਾਣੀ ਦਾ ਕੀਰਤਨ ਕਰਦਾ, ਅਥਵਾ ਨਿਰਮਲ ਬਾਣੀ ਨਾਦ ਵਜਾਵੇ। ਉਹ ਗੁਰਮੁਖ ਨਾਦ ਵਜਾਵੇ, ਸੰਗੀਤ ਦੀ ਧੁਨ ਵੀ ਵਜਾਉਂਦਾ ਤੇ ਨਾਲ ਨਿਰਮਲ ਬਾਣੀ ਦਾ ਗਾਇਨ ਕਰਦਾ ਹੈ। ਭਾਵ ਜਿਵੇਂ ਯੋਗੀ ਲੋਕ ਕਿੰਗ ਵਜਾਉਂਦੇ ਸਨ, ਪਰ ਉਹ ਤਾਂ ਖਾਲੀ ਕਿੰਗ ਹੀ ਵਜਾਉਂਦੇ ਸਨ। ਪਰ ਸਤਿਗੁਰੂ ਕਹਿੰਦੇ ਨੇ ਗੁਰਮੁਖ ਜੋਗੀ ਉਹ ਨਾਦ ਵੀ ਵਜਾਉਂਦਾ, ਨਾਲ ਸਾਜ਼ਾਂ ਦੀ ਧੁਨ ਵੀ ਪ੍ਰਗਟ ਕਰਦਾ ਤੇ ਨਾਲ ਨਿਰਮਲ ਬਾਣੀ ਦਾ ਵੀ ਗਾਇਨ ਕਰਦਾ ਹੈ। ਅੰਤਰ ਗਿਆਨ ਮਹਾਰਸ ਸਾਰਾ, ਤੀਰਥ ਮੱਜਨ ਗੁਰ ਵਿਚਾਰਾ। ਹਜ਼ੂਰ ਕਹਿੰਦੇ ਨੇ ਉਸ ਗੁਰਮੁਖ ਦੇ ਅੰਦਰ ਜੋ ਅਨੁਭਵੀ ਗਿਆਨ ਹੈ, ਮਹਾਰਸ ਸਾਰਾ, ਉਸ ਦਾ ਮਹਾ ਸ੍ਰੇਸ਼ਟ ਰਸ ਪੀਂਦਾ ਹੈ ਤੇ ਉਹਦੀ ਆਤਮਾ ਤ੍ਰਿਪਤ ਹੁੰਦੀ ਹੈ। ਤੀਰਥ ਮੱਜਨ ਗੁਰ ਵਿਚਾਰਾ, ਤੇ ਫਿਰ ਉਹ ਗੁਰਮੁਖ ਜੋਗੀ ਗੁਰ ਵਿਚਾਰਾ, ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ। ਇਹੀ ਮਾਨੋ ਤੀਰਥ ਮੱਜਨ, ਤੀਰਥਾਂ ਦਾ ਪੁਰਬੀ ਇਸ਼ਨਾਨ ਕਰਦਾ ਹੈ। ਗੁਰੂ ਸ਼ਬਦ ਦੀ ਵਿਚਾਰ ਕਰਕੇ ਉਹਦਾ ਤਨ ਤੇ ਮਨ ਨਿਰਮਲ ਹੋ ਜਾਂਦਾ ਹੈ। ਇਹ ਗੁਰੂ ਸ਼ਬਦ ਦੀ ਵਿਚਾਰ ਵੀ ਇੱਕ ਤੀਰਥ ਹੈ ਨਾ,
ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰੂ ਸ਼ਬਦ ਦੀ ਵਿਚਾਰ ਕਰਨਾ ਤੀਰਥ ਮੱਜਨ ਇਹ ਗੁਰਮੁਖ ਦਾ ਤੀਰਥਾਂ ਤੇ ਪੁਰਬੀ ਇਸ਼ਨਾਨ ਹੈ। ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਨ ਹਾਰਾ। ਲੋ ਹਜ਼ੂਰ ਕਹਿੰਦੇ ਜਿਹੜਾ ਗੁਰਮੁਖ ਜੋਗੀ ਹੈ ਅੰਤਰ ਪੂਜਾ ਥਾਨ ਮੁਰਾਰਾ, ਬਈ ਉਸ ਅੰਦਰੋਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਦਾ ਅਸਥਾਨ ਲੱਭ ਲੈਂਦੇ। ਭਾਵ ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਗੁਰਮੁਖ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਬਈ ਉਹ ਵਾਹਿਗੁਰੂ ਪਰਮੇਸ਼ਰ ਮੇਰੇ ਮਨ ਦੇ ਮੰਦਰ ਵਿੱਚ ਸਥਿਤ ਹੈ। ਅੰਤਰ ਪੂਜਾ ਥਾਨ ਮੁਰਾਰਾ, ਫਿਰ ਉਹ ਆਪਣੇ ਮਨ ਦੇ ਅੰਦਰ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਸਥਾਨ ਦੀ ਪੂਜਾ ਦੇ ਵਿੱਚ ਜੁਟ ਜਾਂਦਾ ਹੈ, ਮਾਨਸੀ ਪੂਜਾ ਸ਼ੁਰੂ ਕਰ ਦਿੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਕੁਛ ਪੰਡਤਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਅਸੀਂ ਜਿਹੜੇ ਹਿੰਦੂ ਲੋਕ ਹਾਂ ਮੂਰਤੀਆਂ ਦੀ ਪੂਜਾ ਕਰਦੇ ਹਾਂ, ਪਰ ਤੁਸੀਂ ਕਿਹਨੂੰ ਨਿਰੰਕਾਰ ਦੀ ਪੂਜਾ ਕਰੋ। ਮੂਰਤੀਆਂ ਦੀ ਪੂਜਾ ਦੀ ਤੇ ਸਮਝ ਸਾਨੂੰ ਆਉਂਦੀ ਹੈ, ਪਰ ਨਿਰੰਕਾਰ ਦੀ ਪੂਜਾ ਕਿਵੇਂ ਹੋ ਸਕਦੀ, ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਇੱਕ ਬੜਾ ਸੋਹਣਾ ਤਰੀਕਾ ਸਮਝਾਇਆ। ਤੇਰਾ ਨਾਮ ਕਰੀ ਚਨਨਾਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਵੈ ਪੂਜ ਨਾ ਹੋਏ। ਜਿਹੜੀ ਅੰਦਰਲੀ ਪੂਜਾ ਹੈ ਉਹ ਨਾਮ ਦੁਆਰਾ ਹੁੰਦੀ ਹੈ, ਨਾਮ ਤੋਂ ਬਿਨਾਂ ਵਾਹਿਗੁਰੂ ਦੀ ਪੂਜਾ ਨਹੀਂ ਹੋ ਸਕਦੀ। ਅੰਤਰ ਪੂਜਾ ਥਾਨ ਮੁਰਾਰਾ, ਉਸ ਵਾਹਿਗੁਰੂ ਦਾ ਸਥਾਨ ਵੀ ਸਾਡੇ ਅੰਦਰ ਹੈ ਤੇ ਗੁਰਮੁਖ ਜੋਗੀ ਅੰਤਰਮੁਖ ਹੋ ਕੇ ਉੱਥੇ ਹੀ ਵਾਹਿਗੁਰੂ ਦੇ ਨਾਮ ਦੀ ਪੂਜਾ ਕਰਦਾ ਹੈ, ਭਾਵ ਉਹਦੇ ਸਿਮਰਨ ਦੇ ਵਿੱਚ ਜੁੜਿਆ ਰਹਿੰਦਾ ਹੈ। ਜੋਤੀ ਜੋਤ ਮਿਲਾਵਨ ਹਾਰਾ, ਤੇ ਫਿਰ ਉਹ ਆਪਣੀ ਪਰਤਕ ਜੋਤ ਆਤਮਾ ਨੂੰ ਉਸ ਪਰਮ ਜੋਤ ਪ੍ਰਮਾਤਮਾ ਦੇ ਵਿੱਚ ਮਿਲਾ ਦਿੰਦਾ ਹੈ ਤੇ ਇਸ ਢੰਗ ਦੇ ਨਾਲ ਉਹ ਗੁਰਮੁਖ ਜੋਗੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਭੇਦ ਹੋ ਜਾਂਦਾ ਹੈ। ਰਸ ਰਸਿਆ ਮਤ ਏਕੈ ਭਾਏ, ਤਖਤ ਨਿਵਾਸੀ ਪੰਚ ਸਮਾਏ। ਹਜ਼ੂਰ ਕਹਿੰਦੇ ਨੇ ਰਸ ਰਸਿਆ ਮਤ ਏਕੈ ਭਾਏ, ਜਿਹੜੀ ਗੁਰਮੁਖ ਜੋਗੀ ਦੀ ਮਤ ਹੈ ਏਕੈ ਭਾਏ, ਇੱਕ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗੀ ਜਾਂਦੀ ਹੈ। ਰਸ ਰਸਿਆ ਇਸੇ ਲਈ ਉਹਦਾ ਜਿਹੜਾ ਮਨ ਹੈ ਵਾਹਿਗੁਰੂ ਦੇ ਪ੍ਰੇਮ ਰਸ ਦੇ ਵਿੱਚ ਰਸਿਆ ਤਦਾਕਾਰ ਹੋ ਗਿਆ ਹੈ। ਤਖਤ ਨਿਵਾਸੀ ਪੰਚ ਸਮਾਏ, ਉਹ ਵਾਹਿਗੁਰੂ ਦੇ ਤਖਤ ਦਾ ਨਿਵਾਸੀ ਹੋ ਗਿਆ। ਅਬ ਤੋ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਉਹ ਵਾਹਿਗੁਰੂ ਦੇ ਤਖਤ ਦਾ ਨਿਵਾਸੀ ਹੋ ਗਿਆ ਤੇ ਪੰਜ ਸਮਾਏ ਜਿਹੜੇ ਪੰਜ ਕਾਮ ਕ੍ਰੋਧ ਆਦਿਕ ਵਿਕਾਰ ਸਨ ਉਹ ਉਸ ਦੇ ਸਮਾਏ ਲੀਨ ਹੋ ਗਏ। ਕਾਰ ਕਮਾਈ ਖਸਮ ਰਜਾਏ, ਅਵਗਤ ਨਾਥ ਨਾ ਲਖਿਆ ਜਾਏ। ਹਜ਼ੂਰ ਕਹਿੰਦੇ ਨੇ ਉਸ ਗੁਰਮੁਖ ਜੋਗੀ ਨੇ ਖਸਮ ਦੀ ਰਜ਼ਾ ਦੇ ਵਿੱਚ, ਭਾਵ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿ ਕੇ ਕਾਰ ਕਮਾਈ, ਸੇਵਾ ਭਗਤੀ ਦੀ ਕਾਰ ਕਮਾਈ ਹੈ। ਅਵਗਤ ਨਾਥ ਨਾ ਲਖਿਆ ਜਾਏ, ਤੇ ਜਿਹੜਾ ਉਹ ਅਵਗਤ ਅਵਿਅਕਤ ਸਰੂਪ ਨਾਥ ਸਭ ਦੁਨੀਆ ਦਾ ਮਾਲਕ ਜੋ ਅਕਾਲ ਪੁਰਖ ਹੈ ਨਾ ਲਖਿਆ ਜਾਏ, ਉਹ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਸਮਝਿਆ ਜਾਂਦਾ। ਜਿਹੜੇ ਉਸ ਖਸਮ ਦੀ ਰਜ਼ਾ ਦੇ ਵਿੱਚ ਰਹਿ ਕੇ ਸੇਵਾ ਸਿਮਰਨ ਦੀ ਕਾਰ ਕਰਦੇ ਨੇ ਉਹੀ ਉਸ ਨੂੰ ਜਾਣ ਸਕਦੇ ਨੇ, ਨਹੀਂ ਤੇ ਹਜ਼ੂਰ ਕਹਿੰਦੇ ਅਵਗਤ ਨਾਥ, ਜਿਹੜਾ ਉਹ ਵਿਅਕਤ ਸਰੂਪ ਨਾਥ ਸਵਾਮੀ ਮਾਲਕ ਵਾਹਿਗੁਰੂ ਹੈ ਉਹ ਆਪਣੇ ਆਪ ਨਹੀਂ ਲਿਖਿਆ ਜਾਂਦਾ, ਆਪਣੇ ਆਪ ਉਸ ਦਾ ਬੋਧ ਨਹੀਂ ਪ੍ਰਾਪਤ ਹੋ ਸਕਦਾ। ਜਲ ਮੈਂ ਉਪਜੈ ਜਲ ਤੇ ਦੂਰ, ਜਲ ਮੈਂ ਜੋਤ ਰਹਿਆ ਭਰਪੂਰ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਪਰਮੇਸ਼ਰ ਕਮਲ ਦੇ ਫੁੱਲ ਵਾਂਗ ਹੈ। ਜਲ ਮੈਂ ਉਪਜੈ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਹੀ ਪੈਦਾ ਹੁੰਦਾ ਤੇ ਜਲ ਤੇ ਦੂਰ, ਤੇ ਫਿਰ ਪਾਣੀ ਤੋਂ ਦੂਰ ਵੀ ਰਹਿੰਦਾ, ਨਿਰਲੇਪ ਵੀ ਹੁੰਦਾ। ਕਮਲ ਦਾ ਫੁੱਲ ਪਾਣੀ ਵਿੱਚੋਂ ਹੀ ਪੈਦਾ ਹੁੰਦਾ ਹੈ ਤੇ ਫਿਰ ਪਾਣੀ ਤੋਂ ਦੂਰ ਵੀ ਹੁੰਦਾ, ਪਾਵੂ ਵਿੱਚ ਭਿੱਜਦਾ ਨਹੀਂ। ਕਮਲ ਦਾ ਫੁੱਲ ਹਮੇਸ਼ਾ ਲਈ ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਜਲ ਮੈਂ ਜੋਤ ਰਹਿਆ ਭਰਪੂਰ, ਤੇ ਉਹ ਜਿਹੜਾ ਕਮਲ ਦਾ ਫੁੱਲ ਹੈ ਆਪਣੀ ਜੋਤ ਸੁਗੰਧੀ ਤੇ ਵਿਗਾਸ ਕਰਕੇ ਪਾਣੀ ਦੇ ਵਿੱਚ ਪਰਿਪੂਰਨ ਹੋ ਰਿਹਾ ਹੁੰਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਜਲ ਮੈਂ ਉਪਜੈ, ਉਹ ਵਾਹਿਗੁਰੂ ਪਰਮੇਸ਼ਰ ਜਿਵੇਂ ਕਮਲ ਦਾ ਫੁੱਲ ਜਲ ਵਿੱਚੋਂ ਪੈਦਾ ਹੁੰਦਾ ਹੈ
ਤੇ ਪਾਣੀ ਤੋਂ ਫਿਰ ਨਿਰਲੇਪ ਰਹਿੰਦਾ ਹੈ। ਇਸੇ ਤਰ੍ਹਾਂ ਇਹ ਸਾਰਾ ਸੰਸਾਰ ਵਾਹਿਗੁਰੂ ਤੋਂ ਪੈਦਾ ਹੁੰਦਾ ਹੈ ਤੇ ਫਿਰ ਵਾਹਿਗੁਰੂ ਪਰਮੇਸ਼ਰ ਸਾਰੇ ਸੰਸਾਰ ਤੋਂ ਨਿਰਲੇਪ ਰਹਿੰਦਾ ਹੈ। ਜਲ ਮੈਂ ਜੋਤ ਰਹਿਆ ਭਰਪੂਰ, ਉਹ ਜਲ ਦਾ ਅਰਥ ਹੈ ਵੀ ਇਹ ਜਿਹੜਾ ਜਲ ਸੰਸਾਰ ਹੈ ਇਹਦੇ ਵਿੱਚ ਵਾਹਿਗੁਰੂ ਜੋਤ ਕਰਕੇ ਸਾਰਿਆਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਿਸ ਨੇੜੇ ਕਿਸ ਆਖਾਂ ਦੂਰ, ਨਿਤ ਗੁਣ ਗਾਵਾਂ ਦੇਖਾ ਦੂਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਗਹਿਰ ਗੰਭੀਰ ਹੈ। ਹਜ਼ੂਰ ਕਹਿੰਦੇ ਨੇ ਕਿਸ ਨੇੜੇ ਕਿਸ ਆਖਾਂ ਦੂਰ, ਮੈਂ ਕਿਸ ਦੇ ਨੇੜੇ ਤੇ ਕਿਸ ਤੋਂ ਦੂਰ ਆਖਾਂ। ਕਿਉਂ? ਉਹ ਵਾਹਿਗੁਰੂ ਸਰਵ ਵਿਆਪਕ ਹੈ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਵੀ ਰਹਿੰਦਾ ਤੇ ਫਿਰ ਪਾਣੀ ਤੋਂ ਨਿਰਲੇਪ ਰਹਿੰਦਾ, ਇਸੇ ਤਰ੍ਹਾਂ ਵਾਹਿਗੁਰੂ ਸੰਸਾਰ ਵਿੱਚ ਵੀ ਰਹਿੰਦਾ ਤੇ ਫਿਰ ਸੰਸਾਰ ਤੋਂ ਨਿਰਲੇਪ ਵੀ ਹੈ। ਕਿਹਦੇ ਨੇੜੇ ਤੇ ਕਿਸ ਤੋਂ ਦੂਰ ਆਖਾਂ, ਨਿਤ ਗੁਣ ਗਾਵਾਂ ਦੇਖ ਹਦੂਰ। ਹਜ਼ੂਰ ਕਹਿੰਦੇ ਮੈਂ ਤੇ ਉਸ ਗੁਣਾਂ ਦੇ ਨਿਤ ਖਜ਼ਾਨੇ ਅਕਾਲ ਪੁਰਖ ਨੂੰ, ਹਦੂਰ ਦਾ ਅਰਥ ਹੈ ਵੀ ਹਾਜ਼ਰ ਹਜ਼ੂਰ ਵੇਖ ਕੇ, ਐਨ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾ ਰਿਹਾ ਹਾਂ। ਭਾਵ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਦੂਰ ਨੇੜੇ ਕਹਿਣਾ ਇਹ ਉਹਦੇ ਲਈ ਢੁਕਦਾ ਨਹੀਂ ਹੈ। ਕਿਉਂ? ਜਿਹੜੇ ਗੁਰਮੁਖ ਜੋਗੀ ਨੇ ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਪ੍ਰਤੱਖ ਵੇਖ ਕੇ ਉਹਦੇ ਗੁਣਾਂ ਨੂੰ ਗਾਉਂਦੇ ਹਨ। ਅੰਤਰ ਬਾਹਰ ਅਵਰ ਨਾ ਕੋਏ, ਜੋ ਤਿਸ ਭਾਵੈ ਸੋ ਫੁਨ ਹੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੈ ਭਰਤਰੀ, ਗੁਰਮੁਖ ਜੋਗੀ ਦੀ ਦ੍ਰਿਸ਼ਟੀ ਵਿੱਚ ਅੰਦਰ ਵੀ ਤੇ ਬਾਹਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਦਿਖਾਈ ਦਿੰਦਾ। ਤੇ ਫਿਰ ਉਹਦਾ ਇਹ ਵੀ ਵਿਸ਼ਵਾਸ ਹੁੰਦਾ ਜੋ ਤਿਸ ਪਾਵੈ ਸੋ ਫੁਨ ਹੋਏ, ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਤੇ ਉਹੀ ਫਿਰ ਸੰਸਾਰ ਦੇ ਵਿੱਚ ਹੁੰਦਾ ਹੈ। ਸੁਣ ਭਰਥਰ ਨਾਨਕ ਕਹੈ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਐ ਭਰਥਰੀ ਅਸੀਂ ਇਹ ਵਿਚਾਰ ਕਹਿ ਰਹੇ ਹਾਂ। ਸੁਣ ਭਰਥਰ ਨਾਨਕ ਕਹੈ ਵਿਚਾਰ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਂ ਦਾਸ ਇਹ ਵਿਚਾਰ ਦੱਸ ਰਿਹਾ ਹਾਂ ਤੇ ਭਰਤਰੀ ਤੂੰ ਸੁਣ। ਨਿਰਮਲ ਨਾਮ ਮੇਰਾ ਆਧਾਰ, ਜਿਹੜਾ ਵਾਹਿਗੁਰੂ ਦਾ ਨਿਰਮਲ ਨਾਮ ਹੈ ਉਹੀ ਮੇਰੇ ਜੀਵਨ ਦਾ ਆਧਾਰ ਬਣਿਆ ਹੋਇਆ ਹੈ। ਉਸ ਨਾਮ ਦੇ ਮੁਕਾਬਲੇ ਤੇ ਮੈਂ ਕਿਸੇ ਹੋਰ ਸਾਧਨ ਨੂੰ ਤਰਜੀਹ ਨਹੀਂ ਦੇ ਸਕਦਾ ਤੇ ਨਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਮੁਕਾਬਲੇ ਤੇ ਕਿਸੇ ਹੋਰ ਦੇਵੀ ਦੇਵਤੇ ਨੂੰ ਮੈਂ ਕੋਈ ਸਮਾਨਤਾ ਦੇ ਸਕਦਾ ਹਾਂ। ਵਾਹਿਗੁਰੂ ਦਾ ਨਿਰਮਲ ਨਾਮ ਹੀ ਮੇਰੇ ਜੀਵਨ ਦਾ ਆਧਾਰ ਬਣਿਆ ਹੋਇਆ ਹੈ। ਆਸਾ ਮਹੱਲਾ ਪਹਿਲਾ, ਸਭ ਜਪ ਸਭ ਤਪ ਸਭ ਚਤੁਰਾਈ, ਉਜੜ ਭਰ ਮੈਂ ਰਾਹੇ ਨਾ ਪਾਈ। ਲਓ ਹੁਣ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਦੂਸਰੇ ਸ਼ਬਦ ਦੇ ਅੰਦਰ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਸਾਚ ਧਣੀ ਜਗ ਆਏ ਬਿਨਾਸਾ, ਛੂਟਸ ਪ੍ਰਾਣੀ ਗੁਰਮੁਖ ਦਾਸਾ। ਰਹਾਉ ਹਜ਼ੂਰ ਕਹਿੰਦੇ ਨੇ ਸਾਚ ਧਣੀ, ਉਹ ਧਣੀ ਮਾਲਕ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ ਜਗ ਆਏ ਬਿਨਾਸਾ। ਇਹ ਜਿਹੜਾ ਜਗਤ ਹੈ ਆਉਂਦਾ ਹੈ ਤੇ ਨਾਸ ਹੁੰਦਾ ਹੈ, ਪਰ ਵਾਹਿਗੁਰੂ ਹਮੇਸ਼ਾ ਲਈ ਸਥਿਰ ਹੈ। ਛੂਟਸ ਪ੍ਰਾਣੀ ਗੁਰਮੁਖ ਦਾਸਾ। ਹਜ਼ੂਰ ਕਹਿੰਦੇ ਪ੍ਰਾਣਾਧਾਰੀ ਜੀਵ ਤਾਂ ਇਹ ਜਨਮ ਮਰਨ ਤੋਂ ਆਵਾਗਮਨ ਤੋਂ ਛੁੱਟ ਸਕਦਾ ਹੈ ਗੁਰਮੁਖ ਦਾਸਾ ਜੇ ਗੁਰੂ ਦੁਆਰਾ ਇਹ ਵਾਹਿਗੁਰੂ ਦਾ ਦਾਸ ਬਣ ਜਾਵੇ। ਜੇ ਗੁਰੂ ਦੁਆਰਾ ਇਹ ਪ੍ਰਾਣਾਧਾਰੀ ਜੀਵ ਵਾਹਿਗੁਰੂ ਦਾ ਦਾਸ ਬਣ ਜਾਵੇ ਫਿਰ ਇਹ ਵੀ ਜਨਮ ਮਰਨ ਤੋਂ ਆਵਾਗਮਨ ਤੋਂ ਛੁੱਟ ਸਕਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੰਨੇ ਦੁਨੀਆ ਦੇ ਲੋਕ ਨੇ ਸਭ ਜਪ ਸਭ ਤਪ ਸਭ ਚਤੁਰਾਈ। ਕੋਈ ਜਪ ਕਰ ਰਿਹਾ ਹੈ, ਕੋਈ ਤਪ ਕਰ ਰਿਹਾ ਹੈ ਤੇ ਕੋਈ ਵਿਦਿਆ ਦੀ ਚਤੁਰਾਈ ਘੋਟ ਰਿਹਾ ਹੈ। ਲੋ ਹਜ਼ੂਰ ਕਹਿੰਦੇ ਨੇ ਸਭ ਜਪ ਸਭ ਤਪ ਸਭ ਚਤੁਰਾਈ। ਵੀ ਜਿੰਨੇ ਲੋਕ ਕੋਈ ਦੇਵੀ ਦੇਵਤਿਆਂ ਦੇ ਮੰਤਰ ਜਪਦੇ ਨੇ ਤੇ ਜਿੰਨੇ ਲੋਕ ਕੋਈ ਰਾਜਸੀ ਸਾਂਤਕੀ ਤਾਮਸੀ ਭੇਦ ਕਰਕੇ ਤਪ ਕਰਦੇ ਨੇ ਤੇ ਜਿੰਨੇ ਪੰਡਤ ਲੋਕ ਚਤੁਰਾਈਆਂ ਘੋਟਦੇ ਨੇ, ਉਜੜ ਪਰ ਮੈਂ ਰਾਹੇ ਨਾ ਪਾਈ। ਉਹ ਤੇ ਔਜੜ ਵਿੱਚ ਹੀ ਭਟਕਦੇ ਫਿਰਦੇ ਨੇ, ਉਜਾੜ ਦੇ ਵਿੱਚ ਹੀ ਭਟਕਦੇ ਫਿਰਦੇ ਨੇ, ਰਾਹੇ ਨਾ ਪਾਈ। ਅਸਲੀ ਉਹਨਾਂ ਨੂੰ ਵਾਹਿਗੁਰੂ ਦੇ ਮਿਲਣ ਦਾ ਰਸਤਾ ਨਹੀਂ ਲੱਭਿਆ।
ਭਾਵ ਜਿਹੜੇ ਲੋਕ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਤੇ ਜਿਹੜੇ ਹੋਰ ਦੇਵੀ ਦੇਵਤਿਆਂ ਦੇ ਮੰਤਰ ਜਪਦੇ ਨੇ, ਕੋਈ ਹੋਰ ਕਈ ਤਰ੍ਹਾਂ ਦੇ ਤਪ ਕਰਦੇ ਨੇ, ਅਸੰਖ ਜਪ, ਅਸੰਖ ਪਾਉ, ਅਸੰਖ ਪੂਜਾ, ਅਸੰਖ ਤਪ ਤਾਉ, ਤੇ ਜਿੰਨੇ ਲੋਕ ਹੋਰ ਵਿਦਿਆ ਦੀਆਂ ਚਤੁਰਾਈਆਂ ਘੋਟਦੇ ਨੇ, ਉਹ ਉਜਾੜ ਦੇ ਵਿੱਚ ਹੀ ਭਟਕਦੇ ਫਿਰਦੇ ਨੇ। ਉਹਨਾਂ ਨੂੰ ਅਸਲੀ ਪਰਮੇਸ਼ਰ ਦੀ ਪ੍ਰਾਪਤੀ ਦਾ ਰਾਹ ਨਹੀਂ ਲੱਭ ਸਕਿਆ। ਬਿਨ ਬੂਝੇ ਕੋ ਥਾਏ ਨ ਪਾਈ, ਨਾਮ ਵੀ ਹੋਣਾ ਮਾਥੇ ਛਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਬਿਨਾਂ ਜੀਵਨ ਦੇ ਮਨੋਰਥ ਨੂੰ ਸਮਝੇ ਤੋਂ ਕੋ ਥਾਏ ਨਾ ਪਾਈ, ਕੋਈ ਵੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦਾ, ਵਾਹਿਗੁਰੂ ਦੇ ਲੇਖੇ ਨਹੀਂ ਪੈ ਸਕਦਾ। ਨਾਮ ਵੀ ਹੋਣਾ ਮਾਥੇ ਛਾਈ, ਜਿਹੜਾ ਨਾਮ ਤੋਂ ਵੀ ਹੋਣਾ ਮਨੁੱਖ ਹੈ, ਚਾਹੇ ਕਿੰਨਾ ਜਪ ਕਰੀ ਜਾ ਰਿਹਾ ਹੈ, ਕਿੰਨਾ ਤਪ ਕਰੀ ਜਾ ਰਿਹਾ ਹੈ ਤੇ ਕਿੰਨੀ ਚਤੁਰਾਈ ਘੋਟ ਰਿਹਾ ਹੈ, ਨਾਮ ਤੋਂ ਵੀ ਹੋਣੇ ਦੇ ਮੱਥੇ ਉੱਤੇ ਸੁਆਹੀ ਪੈਂਦੀ ਹੈ, ਉਹਦੇ ਸਿਰ ਵਿੱਚ ਸੁਆਹੀ ਪੈਂਦੀ ਹੈ। ਇਸ ਲਈ ਨਾਮ ਜਪ ਕੇ ਹੀ ਲੋਕ ਪਰਲੋਕ ਵਿੱਚ ਸਾਨੂੰ ਸ਼ੋਭਾ ਪ੍ਰਾਪਤ ਹੋਣੀ ਹੈ। ਸਾਜ ਤਨੀ ਜਗ ਆਏ ਬਿਨਾਸਾ, ਛੂਟਸ ਪ੍ਰਾਣੀ ਗੁਰਮੁਖ ਦਾਸਾ ਰਹਾਉ। ਹਜ਼ੂਰ ਕਹਿੰਦੇ ਨੇ, ਉਹ ਤਨੀ ਮਾਲਕ ਸੱਚਾ ਹੈ ਤੇ ਸੰਸਾਰ ਆਉਂਦਾ ਤੇ ਨਾਸ਼ ਹੋ ਜਾਂਦਾ ਹੈ। ਹੇ ਪ੍ਰਾਣਾਤਾਰੀ ਜੀਵ, ਜੇ ਤੂੰ ਗੁਰੂ ਦੁਆਰਾ ਵਾਹਿਗੁਰੂ ਦਾ ਦਾਸ ਬਣ ਜਾਵੇਂ, ਫਿਰ ਤੂੰ ਵੀ ਛੁੱਟ ਸਕਦਾ ਹੈ ਆਵਾਗਮਨ ਤੋਂ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਜਗ ਮੋਹਿ ਬਾਧਾ ਬਹੁਤੀ ਆਸਾ, ਗੁਰਮਤੀ ਇੱਕ ਭਏ ਉਦਾਸਾ। ਹਜ਼ੂਰ ਕਹਿੰਦੇ ਨੇ, ਇਹ ਜਿਹੜਾ ਜਗ ਸੰਸਾਰ ਹੈ, ਮੋਹ ਦੇ ਕਾਰਨ ਬਹੁਤੀ ਆਸਾ ਦੇ ਵਿੱਚ ਬੱਝਿਆ ਪਿਆ ਹੈ। ਹਾਂ, ਗੁਰਮਤੀ ਇੱਕ ਭਏ ਉਦਾਸਾ, ਐਸੇ ਵੀ ਗੁਰਮੁਖ ਜਨ ਨੇ ਜਿਹੜੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਸੰਸਾਰ ਵੱਲੋਂ ਉਦਾਸ ਹੋ ਗਏ ਨੇ। ਅੰਤਰ ਨਾਮ ਕਮਲ ਪਰਗਾਸਾ, ਤਨ ਕੋ ਨਾਹੀ ਜਮ ਕੀ ਤਰਾਸਾ। ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ ਹੈ, ਅੰਤਰ ਨਾਮ, ਉਹਨਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ, ਕਮਲ ਪਰਗਾਸਾ, ਤੇ ਫਿਰ ਉਹਨਾਂ ਦਾ ਹਿਰਦਾ ਰੂਪੀ ਕਮਲ ਐਨ ਖੁਸ਼ੀਆਂ ਤੇ ਖੇੜਿਆਂ ਦੇ ਵਿੱਚ ਖਿੜ ਉੱਠਿਆ। ਤਨ ਕੋ ਨਾਹੀ ਜਮ ਕੀ ਤਰਾਸਾ। ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਗਿਆ, ਫਿਰ ਉਹਨਾਂ ਨੂੰ ਜਮਾਂ ਦੀ ਤਰਾਸ, ਇਹ ਜਮਾਂ ਦੀ ਖੌਫਨਾਕ ਹਾਲਤ ਨਹੀਂ ਉਹਨਾਂ ਨੂੰ ਵੇਖਣੀ ਪੈਂਦੀ। ਅਥਵਾ ਤਨ ਕੋ ਨਾਹੀ ਜਮ ਕੀ ਤਰਾਸਾ, ਤੇ ਫਿਰ ਉਹਨਾਂ ਨੂੰ ਜਮਾਂ ਦਾ ਕੋਈ ਡਰ ਪੈ ਨਹੀਂ ਰਹਿੰਦਾ। ਜਗ ਤਰੇ ਜਿਤ ਕਾਮਣ ਹਿਤਕਾਰੀ, ਪੁੱਤਰ ਕਲਤਰ ਲਗ ਨਾਮ ਵਿਸਾਰੀ। ਹਜ਼ੂਰ ਕਹਿੰਦੇ ਨੇ, ਜਿਹੜਾ ਸੰਸਾਰ ਹੈ ਤ੍ਰਿਯ ਜਿਤ ਹੈ, ਇਸਤਰੀ ਕਰਕੇ ਜਿੱਤਿਆ ਹੋਇਆ। ਕਿਉਂ? ਕਾਮਣ ਹਿਤਕਾਰੀ। ਇਹ ਸੰਸਾਰ ਕਾਮਣ ਦਾ ਅਰਥ ਹੈ ਵੀ ਜਿਹੜੀ ਇਸਤਰੀ ਦਾ ਬੜਾ ਪ੍ਰੀਤਵਾਨ ਹੈ। ਹਰ ਆਦਮੀ ਇਸਤਰੀ ਦਾ ਹਿਤਕਾਰੀ ਬਣਿਆ ਹੋਇਆ ਹੈ। ਪੁੱਤਰ ਕਲਤਰ ਲਗ ਨਾਮ ਵਿਸਾਰੀ, ਪੁੱਤਰ ਤੇ ਕਲਤਰ ਇਸਤਰੀ ਦੇ ਮੋਹ ਦੇ ਵਿੱਚ ਲੱਗ ਕੇ ਇਹ ਸੰਸਾਰ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੰਦਾ ਹੈ। ਕਿਉਂਕਿ ਇਹ ਜਿਹੜਾ ਸਾਡਾ ਪਰਿਵਾਰ ਹੈ, ਇਹ ਵੀ ਸਾਡੀ ਬੰਦਗੀ ਵਿੱਚ ਤੇ ਸਿਮਰਨ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੜਾ ਸੰਸਾਰ ਹੈ ਤ੍ਰਿਆ ਜਿਤ ਹੈ, ਕਿਉਂਕਿ ਸਾਰਾ ਸੰਸਾਰ ਕਾਮਣ ਜੜ ਮਾਇਆ ਦਾ, ਜੜ ਚੇਤਨ ਮਾਇਆ ਦਾ ਹਿਤਕਾਰੀ ਪ੍ਰੀਤਵਾਨ ਹੋਇਆ ਹੈ। ਪੁੱਤਰ ਤੇ ਕਲਤਰ ਇਸਤਰੀ ਦੇ ਮੋਹ ਦੇ ਵਿੱਚ ਲੱਗ ਕੇ ਇਹਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ ਹੈ। ਬਿਰਥਾ ਜਨਮ ਗਵਾਇਆ ਬਾਜੀ ਹਾਰੀ, ਸਤਿਗੁਰ ਸੇਵੇ ਕਰਨੀ ਸਾਰੀ। ਹਜ਼ੂਰ ਕਹਿੰਦੇ ਨੇ, ਇਸ ਸੰਸਾਰ ਨੇ ਬਿਰਥਾ ਜਨਮ ਗਵਾਇਆ ਬਾਜੀ ਹਾਰੀ, ਆਪਣੇ ਜੀਵਨ ਦੀ ਬਾਜੀ ਇਸਨੇ ਹਾਰ ਦਿੱਤੀ ਹੈ ਤੇ ਬਿਰਥਾ ਜਨਮ ਗਵਾਇਆ। ਤੇ ਆਪਣਾ ਮਨੁੱਖਾ ਜਨਮ ਜਿਹੜਾ ਹੀਰੇ ਵਰਗਾ ਅਮੋਲਕ ਸੀ, 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਇਸ ਮਨੁੱਖਾ ਜਨਮ ਹੀਰੇ ਵਰਗੇ ਅਮੋਲਕ ਜਨਮ ਨੂੰ ਉਸਨੇ ਵਿਅਰਥ ਗਵਾ ਲਿਆ ਹੈ। ਸਤਿਗੁਰ ਸੇਵੇ ਕਰਨੀ ਸਾਰੀ। ਤੇ ਹਜ਼ੂਰ ਕਹਿੰਦੇ, ਭਾਈ ਜਿਹੜਾ ਗੁਰਸਿੱਖ ਮਾਈ ਪਾਈ ਸਤਿਗੁਰੂ ਦੀ ਸੇਵਾ ਕਰੇ, ਕਰਨੀ ਸਾਰੀ, ਫਿਰ ਉਹਦੀ ਜਿਹੜੀ ਸਾਰੀ ਕਰਨੀ ਹੈ, ਉਹਦੀ ਜੀਵਨ ਦੀ ਕਰਮ ਕਿਰਿਆ ਹੈ, ਉਹ ਸਾਰੀ ਸ੍ਰੇਸ਼ਟ ਹੋ ਜਾਂਦੀ ਹੈ। ਬਾਹਰੋਂ ਹਉਮੈ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਲੋ ਹਜ਼ੂਰ ਕਹਿੰਦੇ, ਜਿਹੜਾ ਗੁਰਮੁਖ ਵਿਅਕਤੀ ਹੈ, ਭਾਵੇਂ ਬਾਹਰੋਂ ਹਉਮੈ ਦੇ ਵਿੱਚ ਕੁਝ ਕਹਿੰਦਾ ਕਹਾਉਂਦਾ ਵੀ ਹੁੰਦਾ, ਪਰ ਹਜ਼ੂਰ ਕਹਿੰਦੇ ਨੇ ਗੁਰਮੁਖ ਵਿਅਕਤੀ ਅੰਦਰੋਂ ਮੁਕਤ, ਉਹ ਅੰਦਰੋਂ ਮੋਹ ਮਾਇਆ ਤੋਂ, ਹਉਮੈ ਤੋਂ ਨਿਰਲੇਪ ਹੁੰਦਾ,
ਲੇਪ ਕਦੇ ਨਾ ਲਾਏ। ਉਹਨੂੰ ਕਦੇ ਹਉਮੈ ਦਾ, ਮੋਹ ਮਾਇਆ ਦਾ, ਹੰਤਾ ਮਮਤਾ ਦਾ ਲੇਪ ਕਦੇ ਵੀ ਨਹੀਂ ਲੱਗਦਾ। ਭਾਵ ਆਪਣੀ ਮੂੰਹੋਂ ਤਾਂ ਗੁਰਮੁਖ ਵਿਅਕਤੀ ਨੂੰ ਵੀ ਕਿਤੇ ਹਉਮੈ ਦੇ ਵਿੱਚ ਕੋਈ ਬਚਨ ਕਹਿਣਾ ਕਹਾਉਣਾ ਪੈਂਦਾ ਹੈ, ਪਰ ਉਹ ਅੰਦਰੋਂ ਮੋਹ ਮਾਇਆ ਤੋਂ, ਹਉਮੈ ਹੰਕਾਰ ਤੋਂ ਨਿਰਲੇਪ ਹੁੰਦਾ ਹੈ, ਅੰਦਰੋਂ ਕਦੇ ਉਸ ਨੂੰ ਲੇਪ ਨਹੀਂ ਲੱਗਦਾ। ਮਾਇਆ ਮੋਹ ਗੁਰ ਸ਼ਬਦ ਜਲਾਏ, ਨਿਰਮਲ ਨਾਮ ਸਦ ਹਿਰਦੈ ਧਿਆਏ। ਹਜ਼ੂਰ ਕਹਿੰਦੇ ਨੇ ਗੁਰੂ ਕੇ ਸ਼ਬਦ ਦੁਆਰਾ ਉਸ ਨੇ ਮਾਇਆ ਦੇ ਮੋਹ ਨੂੰ ਸਾੜ ਦਿੱਤਾ ਹੈ। ਨਿਰਮਲ ਨਾਮ ਸਦ ਹਿਰਦੈ ਧਿਆਏ, ਉਹ ਵਾਹਿਗੁਰੂ ਦੇ ਨਿਰਮਲ ਨਾਮ ਨੂੰ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਧਿਆਉਂਦਾ ਰਹਿੰਦਾ ਹੈ, ਜਿਸ ਦਾ ਸਦਕਾ ਉਹਦੇ ਅੰਦਰ ਹਉਮੈ ਨਹੀਂ ਆ ਕੇ ਕੋਈ ਪ੍ਰਭਾਵ ਪਾ ਸਕਦੀ, ਕਿਉਂਕਿ ਜਿੱਥੇ ਨਾਮ ਵਸ ਜਾਂਦਾ ਹੈ ਉੱਥੇ ਹਉਮੈ ਨਹੀਂ ਟਿਕ ਸਕਦੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇੱਕ ਠਾਈ। ਹਉਮੈ ਤੇ ਨਾਮ ਦਾ ਪਰਸਪਰ ਵਿਰੋਧ ਹੈ। ਜਿੱਥੇ ਨਾਮ ਵਸ ਜਾਂਦਾ ਹੈ, ਨਿਰਮਲ ਨਾਮ ਸਦ ਹਿਰਦੈ ਧਿਆਏ, ਉੱਥੇ ਹਉਮੈ ਨਹੀਂ ਟਿਕ ਸਕਦੀ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਗੁਰਮੁਖਾਂ ਨੇ ਹਉਮੈ ਨੂੰ ਨਾਸ਼ ਕੀਤਾ ਹੈ। ਤਾਵਤ ਰਾਖੈ ਠਾਕ ਰਹਾਏ, ਸਿੱਖ ਸੰਗਤ ਕਰਮ ਮਿਲਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਾਵਤ ਰਾਖੈ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਆਪਣੇ ਦੌੜਦੇ ਮਨ ਨੂੰ ਵੀ ਰਾਖੈ, ਰੋਕ ਕੇ ਰੱਖਦਾ ਹੈ। ਤੇ ਠਾਕ ਰਹਾਏ, ਜਿਹੜੇ ਪੰਜ ਗਿਆਨ ਇੰਦਰੀਏ ਵਿਸ਼ਿਆਂ ਦੇ ਵੱਲ ਦੌੜਦੇ ਸਨ, ਇਹਨਾਂ ਨੂੰ ਵੀ ਰੋਕ ਕੇ ਰੱਖਦਾ ਹੈ। ਭਾਵ ਉਹਦਾ ਆਪਣੇ ਮਨ ਤੇ ਇੰਦਰੀਆਂ ਤੇ ਕੰਟਰੋਲ ਹੋ ਜਾਂਦਾ ਹੈ। ਸਿੱਖ ਸੰਗਤ ਕਰਮ ਮਿਲਾਏ, ਸਤਿਗੁਰੂ ਕਹਿੰਦੇ ਨੇ ਸਿੱਖ ਸੰਗਤ ਕਰਮ ਮਿਲਾਏ। ਵਾਹਿਗੁਰੂ ਦੀ ਕਰਮ ਬਖਸ਼ਿਸ਼ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦੀ ਸੰਗਤ ਵਿੱਚ ਮਿਲਾਇਆ। ਭਾਵ ਵਾਹਿਗੁਰੂ ਦੀ ਕਰਮ ਬਖਸ਼ਿਸ਼ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਦੀ ਸੰਗਤ ਵਿੱਚ ਮਿਲਾਇਆ। ਤੇ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਮਿਲ ਗਿਆ, ਉਹਦਾ ਮਨ ਵੀ, ਉਹਦੇ ਇੰਦਰੀਏ ਵੀ ਕੰਟਰੋਲ ਵਿੱਚ ਆ ਜਾਂਦੇ ਹਨ। ਗੁਰਬਿਨ ਭੁੱਲੋ ਆਵੈ ਜਾਏ, ਨਦਰ ਕਰੇ ਸੰਜੋਗ ਮਿਲਾਏ। ਹਜ਼ੂਰ ਕਹਿੰਦੇ ਨੇ ਭਾਈ ਗੁਰੂ ਤੋਂ ਬਿਨਾਂ ਇਹ ਜੀਵ ਭੁੱਲਿਆ ਭਟਕਿਆ ਰਹਿੰਦਾ ਹੈ ਤੇ ਆਵੈ ਜਾਏ, ਬਾਰ ਬਾਰ ਜੂਨਾਂ ਦੇ ਵਿੱਚ ਆਉਂਦਾ ਜਾਂਦਾ ਹੈ। ਨਦਰ ਕਰੇ ਸੰਜੋਗ ਮਿਲਾਏ, ਜੇ ਭਾਈ ਸਤਿਗੁਰੂ ਮਿਹਰ ਦੀ ਨਿਗਾਹ ਕਰ ਦੇਣ, ਫਿਰ ਸੰਜੋਗ ਦੇ ਨੇਮ ਅਨੁਸਾਰ ਉਸ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾ ਦਿੰਦੇ ਹਨ। ਭਾਵ ਆਪਣੇ ਆਪ ਨਹੀਂ ਕੋਈ ਵੀ ਮਿਲ ਸਕਦਾ, ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ। ਰੂੜੋ ਕਹੋ ਨਾ ਕਹਿਆ ਜਾਈ, ਅਕਥ ਕਥੋ ਨਹਿ ਕੀਮਤ ਪਾਈ। ਹਜ਼ੂਰ ਫਰਮਾਉਂਦੇ ਨੇ, ਰੂੜੋ, ਉਹ ਵਾਹਿਗੁਰੂ ਪਰਮੇਸ਼ਰ ਬਹੁਤ ਸੁੰਦਰ ਸਰੂਪ ਹੈ। ਕਹੋ, ਮੈਂ ਉਸ ਦੇ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ, ਨਾ ਕਹਿਆ ਜਾਈ, ਪਰ ਮੇਰੇ ਪਾਸੋਂ ਕੁਝ ਆਖਿਆ ਹੀ ਨਹੀਂ ਜਾਂਦਾ। ਉਹ ਕਿਉਂ? ਅਕਥ ਕਥੋਂ, ਉਹ ਵਾਹਿਗੁਰੂ ਕਥਨ ਤੋਂ ਅਕਥ ਹੈ। ਅਕਥ ਕਥੋਂ, ਉਹ ਵਾਹਿਗੁਰੂ ਕਥਨ ਤੋਂ ਅਕਥ ਹੈ, ਤੇ ਮੈਂ ਉਹਦੇ ਬਾਰੇ ਕੀ ਕਥਨ ਕਰਾਂ। ਨਹੀਂ ਕੀਮਤ ਪਾਈ, ਤੇ ਜੇ ਮੈਂ ਯਤਨ ਵੀ ਕਰਾਂ ਕੁਛ ਕਹਿਣ ਦਾ, ਤੇ ਉਸ ਵਾਹਿਗੁਰੂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਭਾਵ ਸ਼ਬਦਾਂ ਨਾਲ ਤੇ ਆਪਣੀ ਬੁੱਧੀ ਦੀ ਸੋਝੀ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਨਹੀਂ ਪਾਈ ਜਾ ਸਕਦੀ। ਸਭ ਦੁੱਖ ਤੇਰੇ ਸੁਖ ਰਜਾਈ, ਸਭ ਦੁੱਖ ਮੇਟੇ ਸਾਚੈ ਨਾਈ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਇਹ ਗੁਰਮੁਖ ਦੀ ਅਵਸਥਾ ਹੈ। ਜਿੰਨੇ ਵੀ ਦੁੱਖ ਤੇ ਸੁੱਖ ਨੇ, ਸਾਰੇ ਤੇਰੀ ਰਜ਼ਾ ਦੇ ਵਿੱਚ ਹੀ ਮਿਲ ਰਹੇ ਨੇ। ਕਰਮ ਜੀਵ ਦੇ ਨੇ, ਪਰ ਤੇਰੀ ਰਜ਼ਾ ਦੇ ਵਿੱਚ ਸਾਰਿਆਂ ਨੂੰ ਦੁੱਖ ਤੇ ਸੁੱਖ ਮਿਲ ਰਹੇ ਨੇ। ਹੁਕਮ ਲਿਖ ਦੁੱਖ ਸੁੱਖ ਪਾਈਐ ਹੈ, ਸਭ ਦੁੱਖ ਮੇਟੇ ਸਾਚੈ ਨਾਈ। ਪਰ ਮਹਾਰਾਜ, ਅਸੀਂ ਤੇ ਸੱਚੇ ਨਾਮ ਦਾ ਸਦਕਾ ਸਾਰੇ ਹੀ ਦੁੱਖ ਮੇਟ ਲਏ ਨੇ। ਭਾਵ ਜੀ ਦੀ ਸੁਰਤ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੀ ਹੈ, ਉਹਦੇ ਸਾਰੇ ਦੁੱਖ ਵਾਹਿਗੁਰੂ ਪਰਮੇਸ਼ਰ ਆਪ ਨਾਸ਼ ਕਰ ਦਿੰਦਾ ਹੈ। ਤੇ ਕੁਛ ਵਿਦਵਾਨਾਂ ਨੇ ਸਭ ਦੁੱਖ ਤੇਰੇ ਸੁਖ ਰਜਾਈ, ਇਉਂ ਵੀ ਇਹਦਾ ਅਰਥ ਕੀਤਾ ਹੈ, ਹੇ ਵਾਹਿਗੁਰੂ ਜੀ, ਜਿਤਨੇ ਵੀ ਦੁੱਖ ਨੇ ਤੇਰੀ ਰਜ਼ਾ ਦੇ ਵਿੱਚ ਸਾਰੇ ਸਾਨੂੰ ਸੁਖ ਰੂਪ ਪ੍ਰਤੀਤ ਹੋ ਰਹੇ ਨੇ। ਭਾਵ ਜਿਹੜੇ ਗੁਰਮੁਖ ਵਿਅਕਤੀ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਵੀ ਉਹ ਦੁੱਖਾਂ ਨੂੰ ਵੀ ਸੁੱਖ ਸਮਝਣ ਲੱਗ ਜਾਂਦਾ ਹੈ। ਇਹ ਹੋਰ ਵੀ ਬਹੁਤ ਉੱਚੇ ਸਿਧਾਂਤ ਦੀ ਗੱਲ ਦਰਸਾਈ ਗਈ ਹੈ। ਸਭ ਦੁੱਖ ਤੇਰੇ ਸੁਖ ਰਜਾਈ, ਹੇ ਵਾਹਿਗੁਰੂ, ਤੇਰੀ ਰਜ਼ਾ ਦੇ ਵਿੱਚ ਚੱਲਣ ਵਾਲਿਆਂ ਦੇ ਲਈ
ਸਾਰੇ ਦੁੱਖ ਵੀ ਸੁਖ ਰੂਪ ਬਣ ਜਾਂਦੇ ਹਨ। ਕੀਤਿਆਂ ਦੁਖ ਭੂਖ ਸਦ ਮਾਰ, ਇਹ ਭੇਦਾ ਤੇਰੀ ਦਾ ਤਾਰ। ਸਭ ਦੁੱਖ ਮੇਟੇ ਸਾਚਾ ਨਾਈ, ਵੀ ਉਹਨਾਂ ਨੇ ਸੱਚੇ ਨਾਮ ਦਾ ਸਿਮਰਨ ਕਰਕੇ ਆਪਣੇ ਸਾਰੇ ਦੁੱਖ ਮੇਟ ਲਏ ਨੇ। ਕਰ ਬਿਨ ਵਾਜਾ ਪਗ ਬਿਨ ਤਾਲਾ, ਜੇ ਸ਼ਬਦ ਬੁੱਝੈ ਤਾਂ ਸੱਚ ਨਿਹਾਲਾ। ਲੋ ਹਜ਼ੂਰ ਕਹਿੰਦੇ ਨੇ ਕਰ ਬਿਨ ਵਾਜਾ, ਜਿਵੇਂ ਹੱਥਾਂ ਤੋਂ ਬਿਨਾਂ ਵਾਜਾ ਨਹੀਂ ਵੱਜਦਾ, ਪੈਰਾਂ ਤੋਂ ਬਿਨਾਂ ਤਾਲ ਨਹੀਂ ਪੂਰਿਆ ਜਾਂਦਾ, ਇਸੇ ਤਰ੍ਹਾਂ ਸ਼ਬਦ ਤੋਂ ਬਿਨਾਂ, ਨਾਮ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਸ਼ਬਦ ਬੁੱਝੈ, ਜੇ ਇਹ ਇਨਸਾਨ, ਜੇ ਇਹ ਪ੍ਰਾਣੀ ਸ਼ਬਦ ਬੁੱਝੈ, ਸ਼ਬਦ ਦੇ ਸਿਧਾਂਤ ਨੂੰ ਸਮਝੇ ਤਾਂ ਸੱਚ ਨਿਹਾਲਾ, ਤਾਂ ਅੱਗੇ ਸੱਚ ਰੂਪ ਵਾਹਿਗੁਰੂ ਪਰਮੇਸ਼ਰ ਨੂੰ ਵੇਖ ਸਕਦਾ ਹੈ। ਅੰਤਰ ਸਾਚ ਸਭੇ ਸੁਖ ਨਾਲਾ, ਨਦਰ ਕਰੇ ਰਾਖੈ ਰਖਵਾਲਾ। ਹਜ਼ੂਰ ਕਹਿੰਦੇ ਨੇ ਅੰਤਰ ਸਾਚ, ਜਿਹਦੇ ਅੰਦਰ ਸੱਚਾ ਨਾਮ ਵਸ ਗਿਆ, ਸਭੇ ਸੁਖ ਨਾਲਾ, ਉਹਦੇ ਨਾਲ ਸਾਰੇ ਹੀ ਸੁਖ ਉਸ ਨੂੰ ਪ੍ਰਾਪਤ ਹੋ ਗਏ। ਜਿਸ ਗੁਰਮੁਖ ਪਿਆਰੇ ਦੇ ਅੰਦਰ ਸੱਚਾ ਨਾਮ ਵਸ ਜਾਂਦਾ ਹੈ ਤੇ ਫਿਰ ਉਹਨੂੰ ਸਾਰੇ ਸੁਖ ਨਾਲ ਪ੍ਰਾਪਤ ਹੋ ਜਾਂਦੇ ਨੇ। ਨਦਰ ਕਰੇ ਰਾਖਿਆ ਰਖਵਾਲਾ, ਸਤਿਗੁਰੂ ਕਹਿੰਦੇ ਨੇ ਵੀ ਜਦੋਂ ਰਖਵਾਲਾ, ਸਾਡੀ ਰੱਖਿਆ ਕਰਨ ਵਾਲਾ ਰਖਵਾਲਾ ਅਕਾਲ ਪੁਰਖ ਮਿਹਰ ਦੀ ਨਿਗਾਹ ਕਰੇ ਤੇ ਫਿਰ ਉਹ ਰਾਖੈ, ਜੀਵ ਦੀ ਰੱਖਿਆ ਕਰਦਾ ਹੈ। ਭਾਵ ਅਸਲੀ ਰੱਖਿਆ ਕਰਨ ਵਾਲਾ ਅਕਾਲ ਪੁਰਖ ਹੈ। ਜਦੋਂ ਕਿਸੇ ਤੇ ਮਿਹਰ ਦੀ ਦ੍ਰਿਸ਼ਟੀ ਕਰ ਦਿੰਦਾ ਹੈ, ਫਿਰ ਉਹਦੀ ਇੱਥੇ ਵਿਕਾਰਾਂ ਤੋਂ ਵੀ, ਪਾਪਾਂ ਤੋਂ ਵੀ ਤੇ ਜਮਾਂ ਤੋਂ ਵੀ ਵਾਹਿਗੁਰੂ ਰੱਖਿਆ ਕਰਦਾ ਹੈ। ਤੇਰੇ ਭਵਨ ਸੂਝੈ ਆਪ ਗਵਾਵੈ, ਬਾਣੀ ਬੂਝੈ ਸੱਚ ਸਮਾਵੈ। ਲੋ ਹਜ਼ੂਰ ਕਹਿੰਦੇ ਨੇ ਤੇਰੇ ਭਵਨ ਸੂਝੈ ਆਪ ਗਵਾਵੈ। ਜੇ ਇਹ ਜੀਵ ਆਪਾ ਭਾਵ ਗਵਾ ਦੇਵੇ, ਆਪਾ ਭਾਵ ਗਵਾਉਣਾ ਬਹੁਤ ਔਖਾ ਹੈ। ਆਪਾ ਭਾਵ ਤੋਂ ਮੁਰਾਦ ਹੈ ਹੰਕਾਰ ਦੀ, ਜਿਹੜਾ ਹਉਮੈ ਦਾ ਸੰਸਕਾਰ, ਇਹਨੂੰ ਮਿਟਾਉਣਾ ਬਹੁਤ ਔਖਾ ਹੈ। ਪਰ ਹਜ਼ੂਰ ਕਹਿੰਦੇ ਨੇ ਤੇਰੇ ਭਵਨ ਸੂਝੈ ਆਪ ਗਵਾਵੈ। ਜਿਹੜਾ ਮਨੁੱਖ ਆਪਾ ਭਾਵ ਨੂੰ ਗਵਾ ਦਿੰਦਾ ਹੈ, ਤੇਰੇ ਭਵਨ ਸੂਝੈ, ਉਹਨੂੰ ਤਿੰਨੇ ਭਵਨਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਆਪਾ ਭਾਵ ਗਵਾ ਕੇ ਉਹਨੂੰ ਤਿੰਨੇ ਭਵਨਾਂ ਦੀ ਸੋਝੀ, ਤਿੰਨੇ ਲੋਕਾਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਉਹ ਤ੍ਰਿਕਾਲ ਦਰਸ਼ੀ ਹੋ ਜਾਂਦਾ ਹੈ। ਬਾਣੀ ਬੂਝੈ ਸੱਚ ਸਮਾਵੈ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰਸਿੱਖ ਮਾਈ ਪਾਈ ਬਾਣੀ ਬੂਝੈ, ਅਸਲੀ ਜਿਹੜੀ ਬਾਣੀ ਦੀ ਰਮਜ ਹੈ ਉਹਨੂੰ ਸਮਝ ਲੈਂਦਾ ਹੈ, ਬਾਣੀ ਦੇ ਰਸ ਤੇ ਰਹੱਸ ਨੂੰ ਸਮਝ ਲੈਂਦਾ ਹੈ, ਸੱਚ ਸਮਾਵੈ, ਉਹ ਅੱਗੇ ਸੱਚ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ। ਸ਼ਬਦ ਵਿਚਾਰੇ ਏਕ ਲਿਵ ਤਾਰਾ, ਨਾਨਕ ਧੰਨ ਸਵਾਰਨ ਹਾਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਵਿਚਾਰੇ, ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ, ਏਕ ਲਿਵ ਤਾਰਾ, ਫਿਰ ਉਹਦੀ ਜਿਹੜੀ ਅੰਦਰੋਂ ਲਿਵ ਹੈ, ਤਾਰਾ ਦਾ ਅਰਥ ਵੀ ਤੇਲ ਤਾਰਾ ਵਾਂਗ ਇੱਕ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜ ਜਾਂਦੀ ਹੈ। ਵੇਖ ਲਓ, ਇਹ ਗੁਰਬਾਣੀ ਦਾ ਮਹਾਤਮ ਹੈ। ਸ਼ਬਦ ਵਿਚਾਰੇ, ਜਿਹੜਾ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ ਤੇ ਫਿਰ ਉਹਦੀ ਜਿਹੜੀ ਲਿਵ ਹੈ ਤੇਲ ਤਾਰਾ ਵਾਂਗ ਇੱਕ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ। ਨਾਨਕ ਧੰਨ ਸਵਾਰਨ ਹਾਰਾ। ਹਜ਼ੂਰ ਕਹਿੰਦੇ ਨੇ ਉਹ ਸਵਾਰਨ ਵਾਲਾ ਵਾਹਿਗੁਰੂ ਧੰਨਤਾ ਯੋਗ ਹੈ, ਜਿਸ ਨੇ ਵੀ ਇਹੋ ਜਿਹੇ ਮਹਾਂਪੁਰਖਾਂ ਦੇ ਜੀਵਨ ਨੂੰ ਸਵਾਰਿਆ ਹੈ। ਉਹ ਸਵਾਰਨ ਵਾਲਾ ਵਾਹਿਗੁਰੂ ਧੰਨਤਾ ਯੋਗ ਹੈ। ਤੇ ਕਈ ਟੀਕਾਕਾਰਾਂ ਨੇ ਵੀ ਨਾਨਕ ਧੰਨ ਸਵਾਰਨ ਹਾਰਾ, ਵੀ ਇਹ ਸਵਾਰਨ ਹਾਰਾ ਸ਼ਬਦ ਗੁਰਮੁਖਾਂ ਦੇ ਨਾਲ ਵੀ ਜੋੜਿਆ, ਵੀ ਜਿਹੜੇ ਗੁਰਮੁਖ ਆਪਣੇ ਜੀਵਨ ਨੂੰ ਸਵਾਰਨ ਲੈਂਦੇ ਨੇ, ਸਵਾਰਨ ਵਾਲੇ ਨੇ, ਉਹ ਵੀ ਧੰਨਤਾ ਯੋਗ ਨੇ। ਪਰ ਇੱਥੇ ਪ੍ਰਕਰਨ ਅਨੁਸਾਰ ਨਾਨਕ ਧੰਨ ਸਵਾਰਨ ਹਾਰਾ, ਵੀ ਉਹ ਅਸਲੀ ਜੀਵਨ ਸਵਾਰਨ ਵਾਲਾ ਵਾਹਿਗੁਰੂ ਹੈ। ਇਸ ਲਈ ਉਹ ਜੀਵਨ ਸਵਾਰਨ ਵਾਲਾ ਵਾਹਿਗੁਰੂ ਉਹ ਧੰਨਤਾ ਯੋਗ ਹੈ। ਉਹਨੂੰ ਧੰਨ ਧੰਨ, ਉਹਨੂੰ ਵਾਹ ਵਾਹ ਕਹਿਣਾ ਚਾਹੀਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਹੈ ਤੇ ਇਹਨਾਂ ਨੂੰ ਆਪਣੇ ਮਨ ਵਿੱਚ ਵਸਾਉਣਾ ਹੈ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਤੇਰੇ ਭਵਨ ਸੂਝੈ ਆਪ ਗਵਾਵੈ, ਬਾਣੀ ਬੂਝੈ ਸੱਚ ਸਮਾਵੈ।
ਸ਼ਬਦ ਵਿਚਾਰੇ ਏਕ ਲਿਵ ਤਾਰਾ। ਨਾਨਕ ਧੰਨ ਸੁਵਾਰਨ ਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।